TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਜਿਨ੍ਹਾਂ ਨੂੰ ਆਧਾਰ ਬਣਾ ਕੇ ਵਿਸਥਾਰ ਸਹਿਤ ਵਿਚਾਰ ਚਰਚਾ ਤੇ ਟਿੱਪਣੀਆਂ ਕੀਤੀਆਂ ਜਾਣਗੀਆਂ। ਫਲੋਰੀਡਾ ਵਿੱਚ 2 ਬੱਚਿਆਂ ਨੇ ਪੁਲਿਸ ਤੇ ਚਲਾਈ ਗੋਲੀ। ਅਮਰੀਕਾ ਵਿੱਚ ਇੱਕ ਊਬਰ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ। ਕੈਪਟਨ ਵਾਗੀਆਂ ਖਿਲਾਫ ਸਬੂਤਾਂ ਸਮੇਤ ਪਹੁੰਚਿਆ ਦਿੱਲੀ। ਡੇਰਾ ਸਿਰਸਾ ਦਾ ਮੁਖੀ ਜੇਲ੍ਹ ਵਿੱਚੋਂ ਫਿਰ ਬਾਹਰ। ਦੁਖਦਾਇਕ ਖਬਰ, 5 ਮਾਸੂਮ ਬੱਚਿਆਂ ਦੀ ਡੁੱਬਣ ਕਾਰਨ ਹੋਈ ਮੌਤ। ਵਿਆਹ ਦੇ 14 ਦਿਨਾਂ ਬਾਅਦ ਤੂੰ ਮੈਨੂੰ ਪਸੰਦ ਨਹੀਂ, ਇਹ ਆ ਕੇ ਘਰਵਾਲੀ ਨੂੰ ਛੱਡਿਆ। ਦਿੱਲੀ ਕਿਸਾਨ ਮੋਰਚੇ ਤੋਂ ਪਰਤੇ ਇੱਕ ਕਿਸਾਨ ਦੀ ਹੋਰ ਗਈ ਜਾਨ ਅਤੇ ਕੁਝ ਹੋਰ ਖਬਰਾਂ। ਦੋਸਤੋ, ਇਹ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾਵਾਂਗੇ। ਵਿਸਥਾਰ ਨਾਲ ਟਿੱਪਣੀਆਂ ਵੀ ਕੀਤੀਆਂ ਜਾਣਗੀਆਂ, ਪਰ ਉਸ ਤੋਂ ਪਹਿਲਾਂ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਨੋਟੀਫਿਕੇਸ਼ਨ ਵਾਲੀ ਘੰਟੀ ਵੀ ਜ਼ਰੂਰ ਔਨ ਕਰਨੀ। ਤੇ ਦੂਸਰੀ ਬੇਨਤੀ ਇਹ ਕਿ ਰੋਜ਼ਾਨਾ ਤੁਹਾਡੇ ਲਈ ਲਾਈਵ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਪੰਜਾਬ ਬੋਲਦਾ। ਸਵੇਰ ਦੇ 7 ਵਜੇ ਵੈਨਕੂਵਰ ਦਾ ਸਮਾਂ ਅਤੇ ਪੰਜਾਬ ਦੇ ਵਿੱਚ ਸ਼ਾਮ ਦੇ 7:30 ਵਜੇ ਦਾ ਸਮਾਂ। ਕਿਰਪਾ ਕਰਕੇ ਰੋਜ਼ਾਨਾ ਜੁੜਿਆ ਕਰੋ ਅਤੇ ਤੁਸੀਂ ਆਪਣੀਆਂ ਲਾਈਵ ਉਸ ਪ੍ਰੋਗਰਾਮ ਦੌਰਾਨ ਟਿੱਪਣੀਆਂ ਤੇ ਸਵਾਲ ਵੀ ਕਰ ਸਕਦੇ ਹੋ। ਆਓ ਅੱਜ ਦੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਪਹਿਲਾਂ ਸਾਕਾ ਨੀਲਾ ਤਾਰਾ ਤੇ ਵਿਸ਼ੇਸ਼ ਕੁਝ ਗੱਲਬਾਤ ਕਰੀਏ। ਜੂਨ 3 ਦਿਨ, ਭਾਵ ਜੂਨ ਦਾ ਤੀਸਰਾ ਦਿਨ, 3 ਜੂਨ ਦਿਨ ਐਤਵਾਰ, ਸਾਲ 1984। ਇਹ ਦਿਨ ਨਾ ਕਦੇ ਭੁੱਲਿਆ ਤੇ ਨਾ ਕਦੇ ਭੁਲਾਇਆ ਜਾ ਸਕੇਗਾ। ਇਸ ਦਿਨ ਸਮੇਂ ਦੀ ਹਕੂਮਤ ਨੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਵਾਸਤੇ ਪਵਿੱਤਰ ਗੁਰਧਾਮ ਤਹਿਸ ਨਹਿਸ ਕੀਤੇ। ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ। ਅਨੇਕਾਂ ਨੌਜਵਾਨ, ਬੱਚੇ, ਬਜ਼ੁਰਗ, ਔਰਤਾਂ ਨੂੰ ਗੋਲੀਆਂ ਤੇ ਤੋਪਾਂ ਦੇ ਹਵਾਲੇ ਕਰ ਦਿੱਤਾ। ਪਰ ਹੈਰਾਨੀ ਦੀ ਗੱਲ ਹੈ ਕਿ ਉਸ ਸਮੇਂ ਕਾਂਗਰਸ ਦੀ ਹਕੂਮਤ ਸੀ ਜਿਹਦੇ ਹੁਕਮਾਂ ਦੇ ਅਨੁਸਾਰ ਅਕਾਲ ਤਖਤ ਸਾਹਿਬ ਤੇ ਹੋਰਨਾਂ ਗੁਰਦੁਆਰਿਆਂ ਤੇ ਹਮਲਾ ਹੁੰਦਾ ਹੈ। ਪਰ ਆਹ ਉਹਦੇ ਤੋਂ ਵੀ ਹੈਰਾਨੀ ਦੀ ਗੱਲ ਹੈ ਕਿ ਇਹਦੇ ਤੋਂ ਬਾਅਦ ਪੰਜਾਬ ਦੇ ਵਿੱਚ 3 ਵਾਰ ਕਾਂਗਰਸ ਦੀ ਹਕੂਮਤ ਬਣ ਚੁੱਕੀ ਹੈ ਤੇ ਇਸ ਵਕਤ ਵੀ ਕਾਂਗਰਸ ਦੀ ਹੈ। ਤੇ ਦੂਸਰੇ ਪਾਸੇ ਅਕਾਲੀ ਦਲ ਆਖਾਂ ਜਾਂ ਬਾਦਲ ਪਰਿਵਾਰ ਆਖਾਂ ਲੰਬੇ ਸਮੇਂ ਤੋਂ ਸਿਆਸੀ ਰੋਟੀਆਂ ਸੇਕ ਰਿਹਾ ਹੈ, ਸੱਤਾ ਦਾ ਆਨੰਦ ਮਾਣ ਵੀ ਚੁੱਕਿਆ ਤੇ ਫਿਰ ਪੰਥ ਖਤਰੇ ਵਿੱਚ ਹੈ। ਇਸ ਗੱਲ ਦਾ ਰੌਲਾ ਪਾ ਕੇ ਗੁਆਚੀ ਸਾਖ ਬਹਾਲ ਕਰਨੀ ਚਾਹੁੰਦਾ ਹੈ। ਲਗਾਤਾਰ ਕੋਸ਼ਿਸ਼ਾਂ ਦੇ ਵਿੱਚ ਲੱਗਿਆ ਹੋਇਆ ਹੈ। ਪਰ ਇਸ ਸਾਰੇ ਵਰਤਾਰੇ ਨੂੰ ਕਾਂਗਰਸ ਦੇ ਸਿਰ ਮੜਨ ਅਤੇ ਕਾਂਗਰਸ ਨੂੰ ਸਿੱਖਾਂ ਦਾ ਦੁਸ਼ਮਣ ਗਰਦਾਨਣ ਦੀਆਂ ਅੱਟੀਆਂ ਚੁੱਕ ਕੇ ਕੋਸ਼ਿਸ਼ਾਂ ਤੇ ਪੂਰਾ ਜ਼ੋਰ ਲਾਇਆ ਜਾ ਰਿਹਾ, ਕੂਕ ਰੌਲਾ ਪਾਇਆ ਜਾ ਰਿਹਾ ਹੈ। ਪਰ ਇਹਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਬਗੈਰ ਕਿਸੇ ਹੋਰ ਪਾਰਟੀ ਦਾ ਸਹਾਰਾ ਲਏ ਬਗੈਰ ਕਾਂਗਰਸ ਆਪਣੇ ਬਲਬੂਤੇ ਸਾਕਾ ਨੀਲਾ ਤਾਰਾ ਤੋਂ ਬਾਅਦ ਕਈ ਵਾਰ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਚੁੱਕੀ ਹੈ ਤੇ ਇਸ ਵਕਤ ਵੀ ਉਹਨਾਂ ਦੀ ਹਕੂਮਤ ਹੈ। ਉਹ ਕਿਹੜੇ ਕਾਰਨ ਹੋਣਗੇ? ਕਦੇ ਪੜਚੋਲ ਕਰਕੇ ਵੇਖਿਓ, ਪੜਤਾਲ ਕਰਕੇ ਦੇਖਿਓ ਕਿ ਪੰਜਾਬ ਦੇ ਲੋਕ ਉਹਨਾਂ ਨੂੰ ਇਹ ਵਾਰ-ਵਾਰ ਕਿਉਂ ਚੁਣ ਲੈਂਦੇ ਨੇ ਜਿਹੜੇ ਜਾਂ ਤਾਂ ਪੰਥ ਖਤਰੇ ਵਿੱਚ ਹੈ, ਇਸ ਗੱਲ ਦਾ ਰੌਲਾ ਪਾਉਂਦੇ ਆ, ਜਾਂ ਜਿਨ੍ਹਾਂ ਨੇ ਪਵਿੱਤਰ ਗੁਰਧਾਮਾਂ ਤੇ ਤੋਪਾਂ ਟੈਂਕ ਵੀੜ ਕੇ ਅਨੇਕਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ। 3 ਜੂਨ 1984 ਵਾਲੇ ਦਿਨ ਭਾਵੇਂ ਦੇਸ਼ ਭਰ ਦੇ ਵਿੱਚ ਰੈੱਡ ਅਲਰਟ ਸੀ, ਪਰ ਪੰਜਾਬ ਦੇ ਵਿੱਚ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਸੀ। 3 ਤੋਂ ਲੈ ਕੇ 6 ਜੂਨ ਤੱਕ ਦਾ ਭਿਆਨਕ ਸਮਾਂ ਸੀ। ਜਿਨ੍ਹਾਂ ਨੇ ਉਹ ਹੰਢਾਇਆ ਹੋਣਾ ਹੈ, ਜਿਨ੍ਹਾਂ ਨੇ ਵੇਖਿਆ ਹੋਣਾ ਹੈ, ਉਹਨਾਂ ਦੀਆਂ ਗੱਲਾਂ ਨੂੰ ਮੈਂ ਸ਼ਬਦਾਂ 'ਚ ਬਿਆਨ ਤਾਂ ਨਹੀਂ ਕਰ ਸਕਦਾ, ਪਰ ਦਰਦ ਬਹੁਤ ਵੱਡਾ ਹੈ। ਜਦੋਂ ਪੰਜਾਬ ਦੇ ਅਨੇਕਾਂ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਵਾਸਤੇ ਨਿਹੱਥੀਆਂ ਸੰਗਤਾਂ ਗਈਆਂ ਹੋਈਆਂ ਸੀ, ਜਾਂ ਤਾਂ ਗੋਲੀਆਂ ਨਾਲ ਭੁੰਨ ਦਿੱਤੀਆਂ ਗਈਆਂ ਜਾਂ ਗ੍ਰਿਫਤਾਰ ਕਰਕੇ ਬਿਨਾਂ ਕਿਸੇ ਕਸੂਰ ਤੋਂ ਪੰਜਾਬ ਤੋਂ ਬਾਹਰ ਵਾਲੀਆਂ ਜੇਲ੍ਹਾਂ ਦੇ ਵਿੱਚ ਡੱਕਣ ਦਾ ਸਿਲਸਿਲਾ ਆਰੰਭ ਕਰ ਦਿੱਤਾ ਗਿਆ। ਅੱਜ 37 ਵਰ੍ਹੇ ਹੋ ਚੁੱਕੇ ਹੈ। 37 ਵਰ੍ਹਿਆਂ ਤੋਂ ਬਾਅਦ ਵੀ ਨਾ ਤਾਂ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ ਨੇ, ਨਾ ਪੀੜਤਾਂ ਨੂੰ ਇਨਸਾਫ ਮਿਲਿਆ, ਨਾ ਸ਼੍ਰੋਮਣੀ ਕਮੇਟੀ ਦੇ ਲੁੱਟੇ ਗਏ ਇਤਿਹਾਸਕ ਸਰੋਤ ਵਾਪਸ ਕੀਤੇ ਗਏ ਹੈ, ਅਤੇ ਨਾ ਹੀ ਕਿਸੇ ਨੇ ਅੱਜ ਤੱਕ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਆਖਰਕਾਰ ਉਹ ਕਿਹੜੀ ਗੱਲ ਸੀ ਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਇਹ ਪਵਿੱਤਰ ਦਿਨ ਹੀ ਅਕਾਲ ਤਖਤ ਸਾਹਿਬ ਤੇ ਹਮਲੇ ਵਾਸਤੇ ਕਿਉਂ ਚੁਣਿਆ ਗਿਆ। ਸਾਕਾ ਨੀਲਾ ਤਾਰਾ ਆਖੀਏ, ਬਲੂ ਸਟਾਰ ਆਖੀਏ, ਘੱਲੂਘਾਰਾ ਆਖੀਏ, ਨਿੰਦਣਯੋਗ ਸਾਕਾ ਆਖੀਏ,
ਵੱਖੋ ਵੱਖਰੇ ਨਾਮ ਦਿੱਤੇ ਜਾ ਸਕਦੇ ਹੈ। ਸਿੱਖਾਂ ਦੇ ਦਰਦ ਨੂੰ, ਸਿੱਖ ਕੌਮ ਦੇ ਦਰਦ ਨੂੰ ਹਰੇਕ ਵਿਅਕਤੀ ਨੇ ਆਪੋ ਆਪਣੇ ਢੰਗ ਨਾਲ ਪੇਸ਼ ਕਰਨ ਦੇ ਯਤਨ ਜ਼ਰੂਰ ਕੀਤੇ ਹੈ। ਪਰ ਦੂਸਰੇ ਪਾਸੇ ਧਿਆਨ ਮਾਰਨਾ ਪਏਗਾ ਕਿ ਅਕਾਲੀ ਭਾਜਪਾ ਗੱਠਜੋੜ ਦੀ ਕੇਂਦਰ 'ਚ ਵੀ ਸਰਕਾਰ ਰਹੀ, ਪੰਜਾਬ ਦੇ ਵਿੱਚ ਵੀ ਸਰਕਾਰ ਰਹੀ। ਕੇਂਦਰ ਤੇ ਪੰਜਾਬ ਦੇ ਵਿੱਚ ਸਰਕਾਰਾਂ ਹੋਣ ਦੇ ਬਾਵਜੂਦ ਵੀ ਸੀਨੀਅਰ ਭਾਜਪਾ ਦੇ ਆਗੂ ਨੇ ਲਾਲ ਕ੍ਰਿਸ਼ਨ ਅਡਵਾਨੀ, ਉਹਨਾਂ ਦੀ ਸਵੈ ਜੀਵਨੀ ਪੜ੍ਹ ਕੇ ਦੇਖਿਓ, ਮਾਈ ਕੰਟਰੀ ਮਾਈ ਲਾਈਫ। ਉਹਦੇ ਵਿੱਚ ਉਹ ਖੁਦ ਪ੍ਰਵਾਨ ਕਰਦੇ ਹੈ ਕਿ ਭਾਜਪਾ ਦੇ ਜ਼ੋਰ ਪਾਉਣ ਤੇ ਹੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ, ਕਿਉਂਕਿ ਉਸ ਸਮੇਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਚਿੱਤੀ ਵਿੱਚ ਸੀ। ਪਰ ਭਾਜਪਾ ਨੇ ਹਰਿਮੰਦਰ ਸਾਹਿਬ ਤੋਂ ਦੇਸ਼ ਧਰੋਹੀਆਂ ਨੂੰ ਬਾਹਰ ਕੱਢਣ ਲਈ ਬਕਾਇਦਾ ਧਰਨਾ ਵੀ ਦਿੱਤਾ ਅਤੇ ਮੈਂ ਖੁਦ ਪਾਰਲੀਮੈਂਟ ਵਿੱਚ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ ਕਿ ਉਹ ਦਰਬਾਰ ਸਾਹਿਬ ਵਿੱਚ ਜਲਦ ਫੌਜ ਭੇਜੇ। ਅਡਵਾਨੀ ਦੀਆਂ ਗੱਲਾਂ ਨੇ ਜਿਹੜੀਆਂ ਮੈਂ ਕਹਿ ਰਿਹਾ ਕਿ ਦੇਸ਼ ਧਰੋਹੀ ਨੇ ਉਹਨਾਂ ਨੂੰ ਬਾਹਰ ਕੱਢਣ, ਉਹਦੀ ਕਿਤਾਬ 'ਚ ਲਿਖੀਆਂ ਹੋਈਆਂ ਨੇ। ਅਡਵਾਨੀ ਦੀਆਂ ਇਹ ਟਿੱਪਣੀਆਂ ਵੀ ਦਰਜ ਨੇ ਕਿ ਖਾੜਕੂਆਂ, ਗੁਰਦੁਆਰਿਆਂ ਅਤੇ ਭਿੰਡਰਾਂ ਵਾਲੇ ਬਾਰੇ ਅਨੇਕਾਂ ਨਿੰਦਣਯੋਗ ਟਿੱਪਣੀਆਂ ਉਸ ਦੀ ਕਿਤਾਬ 'ਚ ਦਰਜ ਨੇ। ਅਤੇ KPS ਗਿੱਲ ਨੂੰ ਹੀਰੋ ਉਹਨੇ ਦੱਸਿਆ, ਸਿੱਖਾਂ ਨੂੰ ਚੜਾਉਣ ਵਾਲੀਆਂ ਅਨੇਕਾਂ ਉਦਾਹਰਨਾਂ ਦੇ ਬਾਵਜੂਦ ਆ ਸੋ ਕਾਲਡ ਪੰਥਕ ਕਹਾਉਣ ਵਾਲੇ, ਪੰਥ ਖਤਰੇ ਵਿੱਚ ਦੱਸਣ ਵਾਲੇ ਸ਼੍ਰੋਮਣੀ ਅਕਾਲੀ ਦਲ ਵਾਲੇ ਭਾਜਪਾ ਨਾਲ ਲਗਭਗ 22 ਵਰ੍ਹੇ ਸਾਂਝ ਪਾਲਦੇ ਰਹੇ। ਕਦੇ ਕਿਸੇ ਨੇ ਪੁੱਛਿਆ ਕਿਉਂ ਸਾਂਝ ਪਾਲੀ? ਅੱਜ ਲਗਭਗ 4 ਦਹਾਕੇ ਹੋਣ ਵਾਲੇ ਨੇ। ਹੁਣ ਤਾਂ ਮਹਾਰਾਜ ਦੇ ਸਰੂਪ ਵੀ ਜਿਹੜੇ ਜ਼ਖਮੀ ਸੀ, ਜਿਹਦੇ ਵਿੱਚ ਗੋਲੀ ਲੱਗੀ ਸੀ, 90 ਅੰਗ ਜ਼ਖਮੀ ਨੇ, ਉਹ ਵੀ ਕੱਢ ਕੇ ਬਾਹਰ ਰੱਖ ਦਿੱਤੇ। ਪਰ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਪੰਜਾਬ 'ਚ ਤੇ ਕੇਂਦਰ ਦੇ ਵਿੱਚ ਸੱਤਾ ਦਾ ਆਨੰਦ ਮਾਣਨ ਵਾਲੇ ਕਿਉਂ ਨਾ ਇਸ ਗੱਲ ਨੂੰ ਜ਼ੋਰ ਸ਼ੋਰ ਨਾਲ ਉਠਾ ਸਕੇ? ਕਿਉਂ ਪੰਜਾਬ ਦੇ ਲੋਕ ਇਹ ਭੁੱਲ ਗਏ ਕਿ ਉਸ ਵਕਤ ਸਮੇਂ ਦੀ ਹਕੂਮਤ ਸੀ ਕਾਂਗਰਸ ਪਾਰਟੀ? ਭਾਵੇਂ ਆਪਾਂ ਆਖ ਸਕਦੇ ਹਾਂ ਕਿ ਭਾਜਪਾ ਨੇ ਮਜਬੂਰ ਕੀਤਾ, ਤੁਹਾਨੂੰ ਕੋਈ ਮਜਬੂਰ ਕਰ ਸਕਦਾ, ਪਰ ਉਹ ਤੁਸੀਂ ਮਜਬੂਰ ਹੋਣਾ ਜਾਂ ਨਹੀਂ। ਇੱਥੇ ਮੈਂ ਇਸ ਗੱਲ ਤੇ ਟਿੱਪਣੀ ਕਰਨੀ ਚਾਹੁੰਦਾ ਕਿ ਬਾਕੀ ਗੱਲਾਂ ਭਾਜਪਾ ਦੇ ਆਖੇ ਤੋਂ ਇੰਦਰਾ ਗਾਂਧੀ ਕਰਦੀ ਸੀ। ਆਪਣਾ ਵੀ ਰੱਬ ਨੇ ਦਿਮਾਗ ਲਾ ਕੇ ਭੇਜਿਆ, ਇਹਦਾ ਮਤਲਬ ਕਿਤੇ ਨਾ ਕਿਤੇ ਮਨਸ਼ਾ ਤਾਂ ਸੀ। ਇਹ ਤਾਂ ਇਹ ਸੀ ਕਿ ਚਲੋ ਨਾਲਦਿਆਂ ਨੂੰ ਵੀ ਲਬੇੜ ਲੈਂਦੇ ਆ। ਵਿਰੋਧੀ ਧਿਰਾਂ ਤਾਂ ਬਹੁਤ ਕੁਝ ਕਹਿੰਦੀਆਂ ਹੁੰਦੀਆਂ ਨੇ, ਕੀ ਵਿਰੋਧੀ ਧਿਰਾਂ ਦੀ ਸਾਰੀ ਗੱਲ ਮੰਨ ਲਈ ਜਾਂਦੀ ਹੈ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਕਿ ਆਖਰਕਾਰ ਫੈਸਲਾ ਉਹ ਅਡਵਾਨੀ ਦਾ ਕਿਹਾ ਜ਼ਰੂਰ ਹੈ ਕਿ ਕੀ ਅਡਵਾਨੀ ਹੋਰ ਜਿਹੜੀਆਂ ਗੱਲਾਂ ਕਹਿੰਦਾ ਸੀ ਉਹ ਮੰਨ ਲੈਂਦੀ ਸੀ ਇੰਦਰਾ ਗਾਂਧੀ? ਕਿਤੇ ਨਾ ਕਿਤੇ ਦਿਮਾਗ ਵਿੱਚ ਸੋਚ ਸੀ ਕਿ ਇਹਨਾਂ ਨੂੰ ਨੇਸ ਤੋਂ ਨਾਬੂਦ ਕਰਨਾ ਹੈ। ਪਰ ਜਿਸ ਕੌਮ ਦੇ ਵਿੱਚ ਇਸ ਤਰ੍ਹਾਂ ਦੀਆਂ ਬੀਬੀਆਂ ਹੋਣ, ਉਸ ਸਮੇਂ ਦੀ ਇੱਕ ਉਦਾਹਰਨ ਮੈਂ ਦੇਣੀ ਚਾਹੁੰਦਾ। ਉਹ ਕੌਮ ਦਾ ਕਿਵੇਂ ਖੁਰਾ ਖੋਜ ਮਿਟਾਇਆ ਜਾ ਸਕਦਾ? ਨਹੀਂ ਮਿਟਾਇਆ ਜਾ ਸਕਦਾ। ਜੂਨ 1984 ਦੇ ਸਾਕੇ ਦੀ ਆਪਾਂ ਗੱਲ ਕਰ ਰਹੇ ਹਾਂ, ਫੌਜੀ ਹਮਲੇ ਦੀ ਗੱਲ ਕਰ ਰਹੇ ਹਾਂ, ਦਰਬਾਰ ਸਾਹਿਬ ਸਮੂਹ ਦੇ ਉੱਤੇ ਹਮਲੇ ਦੀ ਗੱਲ ਕਰ ਰਹੇ ਹਾਂ। ਇੱਕ ਪਾਸੇ ਭਾਰਤੀ ਫੌਜ ਤੇ ਦੂਸਰੇ ਪਾਸੇ ਕੁਝ ਇੱਕ ਸਿੰਘ ਦਸਤ ਪੰਜਾ ਭਾਰਤ ਦੀ ਤਾਕਤਵਰ ਫੌਜ ਦੇ ਨਾਲ, ਸਿੰਘਾਂ ਤੇ ਸਿੰਘਣੀਆਂ ਦਾ, ਭੁਚੰਗੀਆਂ ਦਾ ਮੌਤ ਨੂੰ ਲੱਗਦਾ ਸੀ ਜਿਵੇਂ ਮਖੌਲਾਂ ਕਰ ਰਹੇ ਹੋਣ, ਉਹਨਾਂ ਨੂੰ ਚਾਅ ਚੜਿਆ ਹੋਵੇ। ਲੱਗਦਾ ਸੀ ਜਿਵੇਂ ਹਰ ਕੋਈ ਅੰਦਰ ਮੌਤ ਨੂੰ ਟਿੱਚ ਜਾਣ ਰਿਹਾ ਹੋਵੇ। ਅਜਿਹੇ ਹਾਲਾਤ ਵਿੱਚ ਇੱਕ ਨੌਜਵਾਨ ਬੀਬੀ ਆਪਣੇ ਪਤੀ ਦੇ ਪਿੱਛੇ ਪਿੱਛੇ ਕੁੱਛੜ ਦੇ ਵਿੱਚ ਮਹਿਜ਼ 18 ਦਿਨਾਂ ਦਾ ਬੱਚਾ ਚੁੱਕੀ ਜਾ ਰਹੀ ਸੀ ਤੇ ਇੱਕ ਹੱਥ ਵਿੱਚ ਸਟੇਨ ਗਨ ਸੀ। ਇਹ ਬੀਬੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਿੱਜੀ ਸਹਾਇਕ ਭਾਈ ਰਛਪਾਲ ਸਿੰਘ ਜੀ ਦੀ ਧਰਮ ਪਤਨੀ ਬੀਬੀ ਪ੍ਰੀਤਮ ਕੌਰ ਜੀ ਸਨ। ਬੀਬੀ ਨੇ ਹਾਲੇ ਕੁਝ ਦਿਨ ਪਹਿਲਾਂ ਇੱਕ ਬੱਚੇ ਨੂੰ, ਭਾਵ 18 ਦਿਨ ਪਹਿਲਾਂ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਪਰਿਵਾਰ ਸੰਤਾਂ ਦੇ ਨਾਲ ਗੁਰੂ ਨਾਨਕ ਨਿਵਾਸ ਵਿੱਚ ਰਿਹਾ ਕਰਦਾ ਸੀ। ਹਮਲੇ ਦੀ ਸੂਚਨਾ ਮਿਲਦੇ ਸਾਰ ਭਾਈ ਰਛਪਾਲ ਸਿੰਘ ਨੇ ਬੀਬੀ ਨੂੰ ਬੱਚੇ ਸਮੇਤ ਚਲੇ ਜਾਣ ਵਾਸਤੇ ਆਖਿਆ, ਪਰ ਬੀਬੀ ਨੇ ਸਾਫ਼ ਇਨਕਾਰ ਕਰ ਦਿੱਤਾ। ਕਹਿੰਦੀ ਗੁਰੂ ਸਾਹਿਬ ਦੇ ਅੱਗੇ 4 ਲਾਵਾਂ ਲਈਆਂ ਨੇ, ਇਕੱਠੇ ਜਿਉਣ ਮਰਨ ਦਾ ਸੰਕਲਪ ਲਿਆ, ਇਕੱਠੇ ਜਿਉਣ ਮਰਨ ਦਾ ਵਾਅਦਾ ਪਗਾਵਾਂਗੀ। ਬੀਬੀ ਪ੍ਰੀਤਮ ਕੌਰ ਨੇ ਭਾਈ ਰਛਪਾਲ ਸਿੰਘ ਦੇ ਨਾਲ ਹਮਕਦਮ ਹੋ ਕੇ ਦੁਸ਼ਮਣ ਦਾ ਮੁਕਾਬਲਾ ਕਰਨ ਦਾ ਫੈਸਲਾ ਕਰ ਲਿਆ। ਸ਼੍ਰੀ ਦਰਬਾਰ ਸਾਹਿਬ ਤੇ ਅਚਾਨਕ ਹਮਲਾ ਹੁੰਦਾ ਹੈ। ਬੀਬੀ ਪ੍ਰੀਤਮ ਕੌਰ ਆਪਣੇ ਪਤੀ ਦੇ ਨਾਲ ਗੁਰੂ ਘਰ ਤੇ ਹਮਲਾਵਰ ਹੋਈਆਂ ਫੌਜਾਂ ਨਾਲ ਦਸਤ ਪੰਜਾ ਲੈ ਰਹੀ ਹੈ। ਅਚਾਨਕ ਇੱਕ ਗੋਲੀ ਕਾੜ ਕਾੜ ਕਰਦੀ ਆਉਂਦੀ ਹੈ, ਕੁੱਛੜ ਚੁੱਕੇ ਮਾਸੂਮ ਦੇ ਸੀਨੇ ਦੇ ਆਰ ਪਾਰ ਹੁੰਦੀ ਹੈ ਤੇ ਉਹ 18 ਦਿਨਾਂ ਦਾ ਬੱਚਾ ਦੁਨੀਆ ਤੋਂ ਜਹਾਨ ਤੋਂ ਚਲਾ ਜਾਂਦਾ ਹੈ। ਪੁਰਾਤਨ ਸਿੱਖ ਬੀਬੀਆਂ ਦੇ ਨਕਸ਼ੇ ਕਦਮ ਤੇ ਚੱਲਦਿਆਂ
ਬੀਬੀ ਪ੍ਰੀਤਮ ਕੌਰ ਨੇ ਬੱਚੇ ਦੀ ਲਾਸ਼ ਨੂੰ ਪ੍ਰਕਰਮਾਂ ਵਿੱਚ ਰੱਖ ਦਿੱਤਾ ਤੇ ਖੁਦ ਫੇਰ ਪਤੀ ਦੇ ਪਿੱਛੇ ਪਿੱਛੇ ਚਾਲੇ ਪਾ ਦਿੱਤੇ। ਆਖਰਕਾਰ ਹੁੰਦਾ ਕੀ ਹੈ, ਪਤੀ ਵੀ ਕੁਝ ਪਲਾਂ ਤੋਂ ਬਾਅਦ ਸ਼ਹਾਦਤ ਦਾ ਜਾਮ ਪੀ ਜਾਂਦਾ ਹੈ। ਪੁੱਤਰ ਤੇ ਪਤੀ ਦੀ ਸ਼ਹਾਦਤ ਤੇ ਹੰਝੂ ਨਹੀਂ ਵਹਾਏ ਇਸ ਬੀਬੀ ਨੇ। ਹੰਝੂ ਵਹਾਉਣ ਦੀ ਬਜਾਏ ਜਕਾਰੇ ਗਜਾਉਂਦੀ ਰਹੀ। ਸਿਦਕ ਦੀ ਮੂਰਤ ਬੀਬੀ ਪ੍ਰੀਤਮ ਕੌਰ ਨੇ ਪੁਰਾਤਨ ਸਿੱਖ ਬੀਬੀਆਂ ਵਾਲੀ ਰੱਖ ਵਿਖਾਈ। ਸੋ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਫਿਰ ਕੁਝ ਹੋਰ ਕਿਸੇ ਘਟਨਾ ਦਾ ਜ਼ਿਕਰ ਕਰਾਂਗੇ। ਜੇ ਪ੍ਰੋਗਰਾਮ ਸੱਚਮੁੱਚ ਚੰਗਾ ਲੱਗ ਰਿਹਾ ਹੈ ਤਾਂ ਹੇਠਾਂ ਕਮੈਂਟ ਤੇ ਟਿੱਪਣੀਆਂ ਕਰਨ ਤੋਂ ਗੁਰੇਜ਼ ਨਾ ਕਰਿਆ ਕਰੋ। ਤੇ ਅਗਲੀਆਂ ਖਬਰਾਂ ਵੱਲ ਨੂੰ ਹੁਣ ਵਧਦੇ ਹਾਂ। ਖਬਰ ਗੁਆਂਢੀ ਮੁਲਕ ਅਮਰੀਕਾ ਦੇ ਵਿੱਚੋਂ ਮਿਲ ਰਹੀ ਹੈ। ਫਲੋਰੀਡਾ ਦੇ ਵਿੱਚੋਂ ਪਤਾ ਲੱਗਿਆ ਕਿ ਇੱਕ ਘਰ 'ਚ 2 ਬੱਚਿਆਂ ਦੇ ਵੱਲੋਂ ਖਤਰਨਾਕ ਹਥਿਆਰਾਂ ਦੇ ਨਾਲ ਪੁਲਿਸ ਤੇ ਗੋਲੀਬਾਰੀ ਕਰ ਦਿੱਤੀ ਗਈ। ਹਫੜਾ ਦਫੜੀ ਮਚ ਗਈ। ਇਹਨਾਂ ਦੋਵੇਂ ਬੱਚਿਆਂ ਵਿੱਚੋਂ ਇੱਕ ਦੀ ਉਮਰ 12 ਤੇ ਦੂਸਰੇ ਦੀ 14। 12 ਵਰ੍ਹਿਆਂ ਦਾ ਲੜਕਾ ਤੇ 14 ਵਰ੍ਹਿਆਂ ਦੀ ਲੜਕੀ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ 14 ਸਾਲਾ ਲੜਕੀ ਦੇ ਗੋਲੀਬਾਰੀ ਵਿੱਚ ਗੰਭੀਰ ਸੱਟ ਲੱਗੀ ਹੈ। ਪੁਲਿਸ ਦੇ ਦੱਸਣ ਮੁਤਾਬਕ ਇਹ ਦੋਵੇਂ ਬੱਚੇ, ਜੋ ਕਥਿਤ ਤੌਰ ਤੇ ਥੋੜਾ ਸਮਾਂ ਪਹਿਲਾਂ ਇੱਕ ਗਰੁੱਪ ਹੋਮ ਦੇ ਵਿੱਚੋਂ ਭੱਜ ਕੇ ਆਏ ਸੀ, ਮੰਗਲਵਾਰ ਦੀ ਰਾਤ ਨੂੰ ਇੱਕ ਖਾਲੀ ਘਰ ਦੇ ਵਿੱਚ ਦਾਖਲ ਹੁੰਦੇ ਆ, ਜਿੱਥੇ ਕਿ ਘਰ ਦੇ ਮਾਲਕ ਅਨੁਸਾਰ ਇੱਕ AK-47, ਇੱਕ ਹੈਂਡਗਨ, ਇੱਕ ਸ਼ਾਟਗਨ ਅਤੇ ਵੱਡੀ ਮਾਤਰਾ ਦੇ ਵਿੱਚ ਗੋਲੀ ਸਿੱਕਾ ਬਾਰੂਦ ਮੌਜੂਦ ਸੀ। 12 ਵਰ੍ਹਿਆਂ ਦੇ ਲੜਕੇ ਨੇ ਘਰ ਦੇ ਇੱਕ ਕਮਰੇ ਚੋਂ ਇੱਕ AK-47 ਅਤੇ 2 ਲੋਡ ਕੀਤੇ ਮੈਗਜ਼ੀਨ ਚੁੱਕ ਲਏ। ਪੁਲਿਸ ਵੱਲੋਂ ਦੱਸਿਆ ਗਿਆ ਕਿ ਜੁਵੇਨਾਈਲ ਹੋਮ 'ਚ ਲਾਪਤਾ ਹੋਣ ਤੋਂ ਬਾਅਦ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਸੀ ਕਿ ਆਖਰ ਗਏ ਕਿੱਥੇ। ਇਸੇ ਦੌਰਾਨ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਇਸ ਘਰ ਦੇ ਵਿੱਚ ਵੜੇ ਆ। ਅਧਿਕਾਰੀਆਂ ਨੇ ਘਰ ਨੂੰ ਘੇਰਿਆ। ਬੱਚਿਆਂ ਨੂੰ ਸ਼ਾਂਤਮਈ ਢੰਗ ਨਾਲ ਬਾਹਰ ਆਉਣ ਦੀਆਂ ਅਪੀਲਾਂ ਕੀਤੀਆਂ ਗਈਆਂ, ਪਰ ਬੱਚਿਆਂ ਨੇ ਘਰ ਦੇ ਵਿੱਚੋਂ ਬੰਦੂਕਾਂ ਚੁੱਕ ਕੇ ਗੋਲੀਆਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ। ਜਾਣਕਾਰੀ ਅਨੁਸਾਰ ਬੱਚਿਆਂ ਨੇ ਕਈਆਂ ਥਾਵਾਂ ਤੋਂ ਲੁਕ ਕੇ ਫਾਇਰਿੰਗ ਕੀਤੀ। ਲੜਕੀ ਨੇ ਇੱਕ ਸਾਰਜੈਂਟ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦੇ ਦਿੱਤੀ। ਪੁਲਿਸ ਨੇ ਬੱਚਿਆਂ ਨਾਲ ਗੱਲਬਾਤ ਕਰਨ ਦੀ ਬੜੀ ਕੋਸ਼ਿਸ਼ ਕੀਤੀ ਸ਼ਾਂਤਮਈ ਤਰੀਕੇ ਨਾਲ ਕਿ ਬਾਹਰ ਆਵੋ, ਪਰ ਵਿਅਰਥ ਗਈ। ਲਗਭਗ ਅੱਧੇ ਘੰਟੇ ਤੱਕ ਪੁਲਿਸ ਤੇ ਗੋਲੀਬਾਰੀ ਕਰਦੇ ਰਹੇ। ਬਾਅਦ ਦੇ ਵਿੱਚ 14 ਵਰ੍ਹਿਆਂ ਦੀ ਲੜਕੀ ਘਰ ਚੋਂ ਬਾਹਰ ਆਈ ਅਤੇ ਕਥਿਤ ਤੌਰ ਤੇ 2 ਵਾਰ ਉਸਨੇ ਪੁਲਿਸ ਅਫਸਰਾਂ ਤੇ ਬੰਦੂਕ ਤਾਣੀ। ਇਸੇ ਦੌਰਾਨ ਇੱਕ ਡਿਪਟੀ ਨੇ ਗੋਲੀ ਮਾਰ ਕੇ ਉਸ ਨੂੰ ਜ਼ਖਮੀ ਕਰ ਲਿਆ, ਜੋ ਹੁਣ ਜ਼ੇਰੇ ਇਲਾਜ ਹੈ। ਇਸ ਗੋਲੀਬਾਰੀ ਵਿੱਚ ਕਿਸੇ ਵੀ ਪੁਲਿਸ ਅਫਸਰ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ। ਪੁਲਿਸ ਦੇ ਮੁਤਾਬਕ ਦੋਵਾਂ ਬੱਚਿਆਂ ਉੱਤੇ ਫਸਟ ਡਿਗਰੀ ਮਰਡਰ ਦੀ ਕੋਸ਼ਿਸ਼ ਅਤੇ ਹਥਿਆਰਬੰਦ ਚੋਰੀ ਦੇ ਦੋਸ਼ ਲਗਾ ਦਿੱਤੇ ਗਏ ਨੇ। ਫਲੋਰੀਡਾ ਯੂਨਾਈਟਿਡ ਮੈਥੋਡਿਸਟ ਚਿਲਡਰਨ ਹੋਮ ਦੇ ਪ੍ਰਧਾਨ ਅਤੇ CEO ਨੇ ਦੱਸਿਆ ਕਿ ਜੋ ਵੀ ਹੋਇਆ ਉਹਨਾਂ ਦੇ ਭੱਜਣ ਦਾ ਤੇ ਫਿਰ ਪੁਲਿਸ ਦੇ ਉੱਤੇ ਗੋਲੀ ਚਲਾਉਣ ਦੀ ਇਹ ਘਟਨਾ ਅਤ ਦੁਖਦਾਇਕ ਹੈ। ਮੈਂ ਅੱਗੇ ਵੀ ਬੜੀ ਵਾਰੀ ਇਹ ਗੱਲ ਆਖੀ ਹੈ ਕਿ ਅਮਰੀਕਾ ਵਿੱਚ ਹਥਿਆਰ ਆਮ ਮਿਲਦੇ ਨੇ। ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਬਹੁਤ ਵਾਪਰਦੀਆਂ ਨੇ, ਪਰ ਰਾਸ਼ਟਰਪਤੀ ਜੋ ਬਾਈਡਨ ਕਹਿੰਦੇ ਆ ਕਿ ਹਥਿਆਰਾਂ ਨੂੰ ਨੱਥ ਪਾ ਲਈ ਜਾਏਗੀ, ਪਰ ਵੇਖਦੇ ਹਾਂ ਕਿ ਪੈਂਦੀ ਕਦੋਂ ਹੈ। ਇਹ ਫੈਸਲਾ ਹੁਣ ਸੈਨੇਟ ਦੇ ਹੱਥ ਹੈ। ਅਗਲੀ ਖਬਰ ਵੀ ਹੈ ਅਮਰੀਕਾ ਵਾਲੇ ਪਾਸਿਓਂ, ਹੈ ਇਹ ਵੀ ਗੋਲੀਬਾਰੀ ਨਾਲ ਸੰਬੰਧਿਤ। ਇਲੀਨੋਏ ਦੇ ਵਿੱਚੋਂ ਪਤਾ ਲੱਗਿਆ ਕਿ ਕੁਝ ਚੋਰਾਂ ਦੇ ਵੱਲੋਂ ਮਿਹਨਤ ਕਰਕੇ ਗੁਜ਼ਾਰਾ ਕਰਨ ਵਾਲੇ, ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਪਾਲਣ ਲਈ ਊਬਰ ਚਲਾਉਣ ਵਾਲੇ ਇੱਕ ਡਰਾਈਵਰ ਦਾ ਸਿਰ ਦੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲ ਦੇ ਬਾਬਤ ਪੁਲਿਸ ਨੇ ਦੱਸਿਆ ਕਿ ਸ਼ਿਕਾਗੋ ਦੇ ਬਾਹਰ ਕਾਰ ਜੈਕਿੰਗ ਦੇ ਦੌਰਾਨ ਸਿਰ ਵਿੱਚ ਗੋਲੀ ਲੱਗਣ ਤੋਂ 2 ਦਿਨ ਬਾਅਦ ਊਬਰ ਦਾ ਡਰਾਈਵਰ ਜਹਾਨ ਤੋਂ ਤੁਰ ਗਿਆ। ਇੰਡੀਆਨਾ ਦੇ ਰਹਿਣ ਵਾਲੇ ਜੋ ਸੈਲ ਸਟ੍ਰੇਟ, ਜਿਸ ਦੀ ਉਮਰ ਲਗਭਗ 38 ਵਰ੍ਹੇ ਦੱਸੀ ਗਈ ਹੈ, ਬੀਤੇ ਸੋਮਵਾਰ ਦੀ ਸ਼ਾਮ ਨੂੰ ਇਲੀਨੋਏ ਦੇ ਸਸੀਰੋ ਦੇ ਵਿੱਚ ਕੰਮ ਕਰ ਰਿਹਾ ਸੀ, ਜਿਸ ਦੌਰਾਨ ਉਸ ਨੂੰ 4 ਹਥਿਆਰਬੰਦ ਵਿਅਕਤੀਆਂ ਨੂੰ ਰਾਈਡ ਦੇਣੀ ਪਈ। ਭਾਵ ਉਹਨਾਂ ਨੇ ਊਬਰ ਕਾਲ ਕੀਤੀ, ਉਹਨੇ ਗੱਡੀ 'ਚ ਬਿਠਾਇਆ, ਜਿਨ੍ਹਾਂ ਨੇ ਊਬਰ ਐਪ ਦੀ ਵਰਤੋਂ ਕੀਤੀ ਸੀ ਕਿ ਆਓ ਭਾਈ ਸਾਨੂੰ ਗੱਡੀ ਦੀ ਜ਼ਰੂਰਤ ਹੈ। ਉਹਨੇ ਕਿਹਾ ਕਿ ਮੈਂ ਆ ਜਾਣਾ। ਇਸ ਘਟਨਾ ਦੇ ਸਬੰਧ ਦੇ ਵਿੱਚ ਇੱਕ CCTV ਕੈਮਰਾ ਫੁਟੇਜ ਮਿਲੀ ਹੈ, ਜਿਸ ਦੇ ਵਿੱਚ 4 ਵਿਅਕਤੀ ਉਸ ਦੀ ਕਾਰ ਦੇ ਵੱਲ ਆਉਂਦੇ ਦਿਖਦੇ ਹੈ ਅਤੇ ਪੁਲਿਸ ਦੇ ਦੱਸਣ ਮੁਤਾਬਕ ਉਹਨਾਂ 'ਚੋਂ ਇੱਕ, ਜੋ ਉਸ ਦੀ ਪਿਛਲੀ ਸੀਟ ਤੇ ਬੈਠਿਆ, ਉਹਨੇ ਪੈਸੇ ਵੀ ਅਤੇ ਉਹਦਾ ਫੋਨ ਵੀ ਚੋਰੀ ਕਰ ਲਿਆ ਤੇ ਬਾਅਦ ਦੇ ਵਿੱਚ ਇਸ 3 ਬੱਚਿਆਂ ਦੇ ਬਾਪ ਨੂੰ, ਭਾਵ ਜਿਹੜਾ ਡਰਾਈਵਰ ਸੀ 38 ਵਰ੍ਹਿਆਂ ਦਾ ਸੀ, ਉਹਦੇ ਸਿਰ ਦੇ ਵਿੱਚ ਉਸਨੇ ਗੋਲੀ ਮਾਰ ਦਿੱਤੀ। ਗੋਲੀ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਬੁੱਧਵਾਰ ਦੀ ਸਵੇਰ ਉਸ ਦੀ ਮੌਤ ਹੋ ਗਈ। ਸਸੀਰੋ ਦੇ ਪੁਲਿਸ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੀ ਕੋਈ ਅਪਰਾਧਿਕ ਹਿਸਟਰੀ ਨਹੀਂ ਸੀ। ਉਹ ਇੱਕ ਮਿਹਨਤੀ ਨੌਜਵਾਨ ਸੀ ਜੋ ਉਸ ਵਕਤ ਊਬਰ ਚਲਾ ਕੇ
ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਪਤਾ ਲੱਗਿਆ ਕਿ ਇੱਕ ਨਾਬਾਲਗ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਇਸ ਹਮਲੇ ਤੋਂ ਬਾਅਦ ਉਸ ਸਾਰੇ ਇਲਾਕੇ ਦੇ ਵਿੱਚ ਊਬਰ ਚਲਾਉਣ ਵਾਲਿਆਂ ਦੇ ਵਿੱਚ ਸਹਿਮ ਹੈ ਅਤੇ ਹੋਰ ਹਮਲਿਆਂ ਨੂੰ ਰੋਕਣ ਦੇ ਵਾਸਤੇ ਊਬਰ ਦੀ ਇਸ ਐਪ ਨੂੰ ਸੁਰੱਖਿਆ ਵਧਾਉਣ ਦੀ ਨਾਲੋਂ ਨਾਲ ਮੰਗ ਵੀ ਕੀਤੀ ਜਾ ਰਹੀ ਹੈ। ਵੇਖੋ ਕਿ ਘਰੋਂ ਕੰਮ ਤੇ ਗਿਆ ਤੇ ਜਿਹੜੇ ਲੋਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਦਿਮਾਗ ਖੁਰਾਫਾਤੀ ਨੇ, ਹੁਣ ਲੁੱਟ ਖੋਹ ਦਾ ਹੀ ਹੋਣਾ ਕੰਮ, ਕਿਉਂਕਿ ਅਪਰਾਧਕ ਨਾ ਬਿਰਤੀ ਵਾਲਾ ਸੀ, ਨਾ ਪੁਲਿਸ ਦੇ ਦੱਸਣ ਮੁਤਾਬਕ ਉਹਦਾ ਪਹਿਲਾਂ ਕਦੇ ਕਿਸੇ ਨਾਲ ਕੋਈ ਰੌਲਾ ਝਗੜਾ ਹੋਇਆ ਸੀ। ਵੇਖਿਆ ਜਾਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੁਰਘਟਨਾ ਦਾ ਕੋਈ ਹੋਰ ਵੀ ਕਾਰਨ ਨਿਕਲਦਾ ਜਾਂ ਨਹੀਂ। ਤੇ ਆਓ ਹੁਣ ਦਿੱਲੀ ਚੱਲਦੇ ਹਾਂ, ਕਿਉਂਕਿ ਦਿੱਲੀ ਪਹੁੰਚਣਾ ਇਸ ਵਾਸਤੇ ਬੜਾ ਲਾਜ਼ਮੀ ਹੈ। ਕਾਰਨ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫਾਈਲਾਂ ਫੂਲਾਂ ਚੱਕ ਕੇ ਦਿੱਲੀ ਪਹੁੰਚ ਗਿਆ। ਪਤਾ ਲੱਗਿਆ ਕਿ ਦਿੱਲੀ ਪਹੁੰਚ ਕੇ ਮੁੱਖ ਮੰਤਰੀ ਸਿੱਧੇ ਕਪੂਰਥਲਾ ਹਾਊਸ ਪਹੁੰਚੇ, ਜਿੱਥੇ ਦਿਨ ਭਰ ਉਹ ਆਪਣੇ ਭਰੋਸੇਮੰਦ ਮੰਤਰੀਆਂ ਦੇ ਨਾਲ ਮੀਟਿੰਗ ਕਰਦੇ ਰਹੇ, ਕੁਝ ਸੰਸਥਾਵਾਂ ਦੇ ਨਾਲ ਮੀਟਿੰਗ ਕਰਦੇ ਰਹੇ। ਜਦ ਕਿ ਪਤਾ ਲੱਗਿਆ ਕਿ ਸ਼ੁੱਕਰਵਾਰ ਦੇ ਦਿਨ ਮਲਕਰਜਨ ਖੜਗੇ, ਜੇਪੀ ਅਗਰਵਾਲ ਅਤੇ ਹਰੀਸ਼ ਰਾਵਤ ਦੀ 3 ਮੈਂਬਰੀ ਕਮੇਟੀ ਦੇ ਸਾਹਮਣੇ ਉਹ ਪੇਸ਼ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਪਤਾ ਲੱਗਿਆ ਸੀ ਕਿ ਵੀਰਵਾਰ ਨੂੰ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ, ਜਿਸ ਵਾਸਤੇ ਉਹ ਦੁਪਹਿਰ ਤੋਂ ਪਹਿਲਾਂ ਹੀ 11:40 ਤੇ ਹੈਲੀਕਾਪਟਰ ਦੇ ਰਾਹੀਂ ਦਿੱਲੀ ਨੂੰ ਰਵਾਨਾ ਹੋ ਗਏ ਸੀ। ਪਰ ਬਾਅਦ 'ਚ ਪਤਾ ਲੱਗਾ ਕਿ ਅੱਜ ਨਹੀਂ, ਉਹ ਭਲਕੇ ਪੇਸ਼ ਹੋਣਗੇ। ਉਹਨਾਂ ਨੂੰ ਪਤਾ ਲੱਗਿਆ ਕਿ ਪਹਿਲਾਂ ਉਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਨੇ ਮਨੀਸ਼ ਤਿਵਾੜੀ ਕਮੇਟੀ ਦੇ ਸਾਹਮਣੇ ਉਹ ਵੀ ਪੇਸ਼ ਹੋਏ ਤੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ। ਤੇ ਦੂਸਰੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿਨ ਭਰ ਕਪੂਰਥਲਾ ਹਾਊਸ ਦੇ ਵਿੱਚ ਭਰੋਸੇਯੋਗ ਮੰਤਰੀਆਂ ਦੇ ਨਾਲ, ਕੁਝ ਸੰਸਥਾਵਾਂ ਦੇ ਨਾਲ ਗੱਲਬਾਤ ਕਰਦੇ ਰਣਨੀਤੀ ਉਲੀਕਦੇ ਨਜ਼ਰ ਆਏ। ਜਾਣਕਾਰੀ ਦੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾਣ ਦੇ ਲਈ ਕੁਝ ਫਾਈਲਾਂ ਚੁੱਕ ਕੇ ਲੈ ਕੇ ਗਏ ਹੈ, ਜਿਨ੍ਹਾਂ ਵਿੱਚ ਸਰਕਾਰ ਦੇ ਕੰਮਕਾਰ ਦਾ ਬਿਊਰਾ ਤੇ ਉਹ ਸਾਰੇ ਤੱਥ ਮੌਜੂਦ ਨੇ ਜੋ ਉਹਨਾਂ ਵਿਰੁੱਧ ਕੁਝ ਮੰਤਰੀਆਂ, ਕੁਝ ਵਿਧਾਇਕਾਂ ਤੇ ਕੁਝ ਸੰਸਥਾ ਨੇ ਬੋਲੇ ਨੇ। ਤੇ ਉਧਰ ਪਤਾ ਲੱਗਿਆ ਕਿ ਹਰੀਸ਼ ਰਾਵਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਵੀਰਵਾਰ ਦੇਰ ਸ਼ਾਮ ਵੀ ਹੋ ਸਕਦੀ ਸੀ ਜਾਂ ਫਿਰ ਸਵੇਰ ਵਕਤ ਹੋਵੇਗੀ। ਤੇ ਉਧਰ ਚਰਚਾ ਇਸ ਗੱਲ ਨੂੰ ਲੈ ਕੇ ਵੀ ਗਰਮ ਰਹੀ ਕਿ ਜੇ ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਹੀ ਕਮੇਟੀ ਅੱਗੇ ਪੇਸ਼ ਹੋਣਾ ਸੀ ਤਾਂ ਇਹ ਇੱਕ ਦਿਨ ਪਹਿਲਾਂ ਦਿੱਲੀ ਵਿੱਚ ਕਿਉਂ ਗਏ। ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਕਮੇਟੀ ਦੇ ਨਾਲ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕਰਨੀ ਚਾਹੁੰਦੇ ਹੈ। ਪਰ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਸੋਨੀਆ ਗਾਂਧੀ ਨੇ ਕੈਪਟਨ ਅਮਰਿੰਦਰ ਨੂੰ ਮਿਲਣ ਦਾ ਸਮਾਂ ਦਿੱਤਾ ਜਾਂ ਫਿਰ ਨਹੀਂ। ਪਰ ਪਾਰਟੀ ਦੇ ਆਲਾ ਮਿਆਰੀ ਸੂਤਰ ਦੱਸਦੇ ਹੈ ਕਿ ਕੈਪਟਨ ਨਾਲ ਮੁਲਾਕਾਤ ਉਪਰੰਤ ਕਮੇਟੀ ਆਪਣੀ ਰਿਪੋਰਟ ਹਾਈ ਕਮਾਨ ਨੂੰ ਜ਼ਰੂਰ ਸੌਂਪੇਗੀ, ਜਿਸ ਉਪਰੰਤ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਤੇ 1-2 ਹੋਰ ਨਾਲ ਆਗੂ ਨੂੰ ਬਿਠਾ ਕੇ ਸਮਝੌਤੇ ਦਾ ਰਾਹ ਉਲੀਕ ਸਕਦੇ ਹੈ। ਕਿਉਂਕਿ 3 ਦਿਨ ਦੀ ਕਵਾਇਦ ਦੇ ਵਿੱਚ ਕਾਂਗਰਸ ਨੂੰ ਇਹ ਸਾਫ਼ ਹੋ ਗਿਆ ਹੈ ਕਿ 2022 ਤੋਂ ਪਹਿਲਾਂ ਆਪਸੀ ਖਹਿਬਾਜ਼ੀ, ਇਹ ਗੁੱਟਬਾਜ਼ੀ ਜਿਹਦੇ ਕਾਰਨ ਕਾਂਗਰਸ ਖਿੰਡ ਰਹੀ ਹੈ, ਉਹ ਦੂਰ ਕਰਨੀ ਪਏਗੀ। ਤੇ ਉਧਰ ਪਾਰਟੀ ਦੇ ਸਾਹਮਣੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਬਦਲਣਾ, ਕੈਬਨਿਟ ਵਿੱਚ ਫੇਰਬਦਲ ਕਰਨ ਦਾ ਬਦਲ ਵੀ ਖੁੱਲ੍ਹਾ ਪਿਆ। ਪਰ ਕੁਝ ਪਾਰਟੀ ਆਗੂਆਂ ਦਾ ਇਹ ਵੀ ਮੰਨਣਾ ਹੈ ਕਿ ਚੋਣਾਂ ਨੇੜੇ ਨੇ, ਜੇ ਚੋਣਾਂ ਵਾਲੇ ਸਾਲ ਦੇ ਵਿੱਚ ਕੈਬਨਿਟ ਦੇ ਵਿੱਚ ਫੇਰਬਦਲ ਕਰ ਦਿੱਤਾ ਇਹਦਾ ਨੁਕਸਾਨ ਹੋ ਸਕਦਾ ਹੈ, ਕਿਉਂਕਿ ਜਿਨ੍ਹਾਂ ਨੂੰ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਏਗਾ ਉਹ ਬਗਾਵਤੀ ਸੁਰਾਂ ਛੇੜ ਸਕਦੇ ਆ। ਦੂਸਰੇ ਪਾਸੇ ਜੇ ਪਾਰਟੀ ਨੂੰ ਨਵਾਂ ਸੂਬਾ ਪ੍ਰਧਾਨ ਦਿੱਤਾ ਜਾਂਦਾ ਤਾਂ ਚੋਣਾਂ ਦੀ ਸਾਰੀ ਕਵਾਇਦ ਕਰਨਾ ਵੀ ਨਵੇਂ ਪ੍ਰਧਾਨ ਦੇ ਵਾਸਤੇ ਕੋਈ ਆਸਾਨ ਨਹੀਂ ਹੋਣਾ। ਇਸ ਕਰਕੇ ਪਾਰਟੀ ਦੁਚਿੱਤੀ ਵਿੱਚ ਹੈ। ਮੰਨਿਆ ਜਾ ਰਿਹਾ ਹੈ ਕਿ ਕਮੇਟੀ ਦੀ ਰਿਪੋਰਟ ਤੋਂ ਬਾਅਦ ਇਹਨਾਂ ਸਾਰੇ ਵਿਸ਼ਿਆਂ ਤੇ ਆਖਰੀ ਫੈਸਲਾ ਕੀਤਾ ਜਾਏਗਾ। ਦੱਸਣਾ ਬਣਦਾ ਹੈ ਕਿ ਇਨੀ ਦਿਨੀ ਕਾਂਗਰਸ ਪਾਰਟੀ ਦੇ ਵਿੱਚ ਕਾਟੋ ਕਲੇਸ਼ ਸਿਖਰਾਂ ਤੇ ਹੈ। ਕਾਂਗਰਸ ਦੇ ਕਾਫੀ ਵਿਧਾਇਕ ਤੇ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਚੁੱਕੇ ਹੈ। ਕਾਂਗਰਸ ਹਾਈ ਕਮਾਨ ਇਸੇ ਕਲੇਸ਼ ਨੂੰ ਖਤਮ ਕਰਨਾ ਚਾਹੁੰਦੀ ਹੈ। ਇਸੇ ਕਲੇਸ਼ ਨੂੰ ਖਤਮ ਕਰਨ ਦੇ ਵਾਸਤੇ ਆ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜੋ ਬੀਤੇ 3 ਦਿਨਾਂ ਤੋਂ ਕਾਂਗਰਸ ਦੇ ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ, ਮੌਜੂਦਾ ਤੇ ਸਾਬਕਾ ਪ੍ਰਧਾਨਾਂ ਦੇ ਵਿਚਾਰ ਸੁਣ ਚੁੱਕੀ ਹੈ। ਖਬਰ ਇਹ ਵੀ ਹੈ ਕਿ ਜਦੋਂ ਦਿੱਲੀ ਪਹੁੰਚੇ ਨੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਗੁਰਜੀਤ ਔਜਲਾ ਦੇ ਨਾਲ, ਰਵਨੀਤ ਬਿੱਟੂ ਦੇ ਨਾਲ, ਕੁਝ ਹੋਰ ਪਾਰਟੀ ਵਿਧਾਇਕਾਂ ਤੇ ਲੀਡਰਾਂ ਦੇ ਨਾਲ ਗੱਲਬਾਤ ਕਰਕੇ ਇੱਕ ਨਵੀਂ ਰਣਨੀਤੀ ਉਲੀਕੀ ਹੈ। ਬਾਗੀਆਂ ਨੂੰ ਇੱਕ ਸਾਫ਼-ਸਾਫ਼ ਸੁਨੇਹਾ ਦਿੱਤਾ ਹੈ ਕਿ ਉਹ ਉਹਨਾਂ ਦੇ ਖਿਲਾਫ ਸਬੂਤ ਲੈ ਕੇ ਆਏ ਨਹੀਂ। ਉਹਨਾਂ ਨੇ ਸਾਫ਼-ਸਾਫ਼ ਸੁਨੇਹਾ ਹਾਈ ਕਮਾਨ ਨੂੰ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ
कि भावें कुछ लोग मेरे खिलाफ ने पर हाले भी वड्डी गिणती विच लोग मेरे नाल ने, वो झुकणगे नहीं। हुण वेखदे आ कि जिहड़े मंत्री विधायक संसद ये गल मन के आए ने कि भावें कैप्टन अमरिंदर सिंह मुख मंत्री ने 2022 विच भी तुसीं कहने हो कि चेहरा मोहरा उही होण, पर ना वादे पूरे कीते ने, ना साडी किते सुनवाई हुंदी है, ना कैप्टन अमरिंदर सिंह किसी नूं मिलदा है, ते ना ही इंसाफ, ना ही बेअदबियां दा मुद्दा ज्यों दा त्यों खड़ा है। पर दूसरे पासे कैप्टन अमरिंदर सिंह दिल्ली रवाना होने तो पहला एक तीर नाल दो निशाने कर गए। एक तो उन्होंने उत्थे जाके ये दस्सण दी कोशिश की है कि अज भी बहुत गिणती विधायक मेरे नाल ने, दूजा मौजूदा 3 विधायकों को कांग्रेस दे विच शामिल करवा गए, जिन्हां दे विच सुखपाल खैहरा भी ने, जिन्हां विच पिरमल खालसा भी ने, जिन्हां दे विच जगदेव कमालू भी ने। कमाल तां करके गए है। हुण भावें ये 3 विधायकों को अपने नाल जोड़ गए ने, पर दूसरे पासे सुखपाल खैहरा की किते किरकिरी भी हो रही है, तो कुछ लोग सुखपाल खैहरा की इस पहल कदमी ते स्वागत भी कर रहे हैं, क्योंकि दोवें पासे दीयां गल्लां ने। सुखपाल खैहरा का कहना है कि 2017 में आम आदमी पार्टी ज्वाइन की, पता लग्या कि गल बनती नहीं, 20 दे विचों 16 विधायक मेरे हक विच सन, तां किते जाके मैनू फूलका साहब तो बाद विरोधी धिर दा लीडर बनाया गया। पर ना पंजाब इकाई ते ना दिल्ली वाले चाहुंदे नहीं सी। दूसरे पासे जदों लग्या कि दम घुट रहा है, मैं पंजाब दे मुद्दिआं दी गल कीती, मैं आख्या कि सानू दिल्लियों हुक्म ना लैणे पैण, पंजाब ते आधारित राजनीति होवे। 2019 विच मैं लोकां दे विचकार गया, लोकां ने जमानतां जब्त करा दित्तियां। वो कहंदे 17 च कांग्रेस जिताई, 19 च फिर कांग्रेस नूं वध सीटां दित्तियां, ते असीं पंजाब दी गल करदे रहे, पंजाब नूं खुद मुख्तियारी दी गल करदे रहे, चंगे बंदिआं दा साथ नहीं दित्ता। पंजाब दे लोग भी इस गल ते झाती मारन, भावें खैहरा साहब नूं कोई मौका प्रस्त आखे, कुर्सी दा भुखा आखे, पर इस गल तो कोई इनकार नहीं कर सकता कि जेकर दिल्ली दे विच 26 जनवरी वाले दिन एक नौजवान की मौत होंदी है, भावें पुलिस कहती कि ट्रैक्टर तो डिग के हुई है, पर कहते कि नहीं गोली लगन कारण हुई। सब तो वध जोर शोर नाल मुद्दा वो सुखपाल खैहरा ने उठाया। ते नाल ही जदों युवापा के केस पैण लगे, वो पंजाब ते हरियाणा के कुछ गरीब परिवारों के नौजवान भी चुके जाण दीआं खबरां, सब तो वध केस उहदे जां मुद्दा चुक्या तो सुखपाल खैहरा ने चुक्या। बीबी खालड़ा दीआं जमानतां जब्त करवा दित्तियां, आही लोकां ने कराईयां। मैं पहला साका नीला तारा का जिक्र करके हटिया कि जिहड़ी पार्टी की सरकार ने हुक्म दिते सन, उस पार्टी की सरकार ते खैहरा साहब भी उस पार्टी में जाके बैठे, तो समा देखो उही हफ्ता जून महीने का चल रहा है। अपने आप दे विच बहुत सोचण ते विचारन की लोड़ है कि की पंजाब दे लोग गलत फैसले करते हैं जां पंजाब दे लोकां नूं चारां दे विच ये लीडर लोग कामयाब होंदे हैं। अगली खबर ये भी पंजाब दे वास्ते, खास करके सिख सफां दे वास्ते, इंसाफ पसंद लोगों के वास्ते महत्वपूर्ण ते वड्डी खबर है। रोहतक जेल दे विच बंद है डेरा सिरसा का मुखी गुरमीत राम रहीम, कतल ते बलात्कार के दोष उहदे ते सी, उहदी सज़ा भुगत रहा है गुरमीत राम रहीम। पता लग्या कि उत्थों की सवेर वक्त कहते ढिड च दर्द हो रहा है, ढिड च दर्द होने के कारण PGI रोहतक दे विच दाखिल करवा दिता गया। जानकारी मिली है कि जिथे डॉक्टरों की टीम ने 2 घंटे तक उसकी जांच की, तो फिर यह भी खबर मिली कि जांच दौरान CT स्कैन किया गया, कुछ होर टैसट किए गए, बाद दे विच उसनूं दोबारा जेल भेज दिता गया। उसते टैसटां की रिपोर्ट भावें आउणी हाले बाकी है। जानकारी मुताबक लंघी शाम उसके ढिड विच अचानक दर्द उठिया। हुण मैनूं याद आ गया, ढिड दे दर्द तो गल याद आ गई। साडे जदों असीं हाई स्कूल विच पढ़दे सी, उत्थों के अध्यापक हैडमास्टर साहब 2 चीज़ों की छुट्टी नहीं सी दिंदे। उन्हें कहना जे कोई कहता मेरा ढिड दर्द होंदा कोई छुट्टी नहीं, जे कोई कहता मेरा सिर दुखदा कोई छुट्टी नहीं। वो कहते सी आराम कर सकते हो, थोड़ा बहुता रेस्ट कर सकते हो, बुखार चढ़िया वेखिया जा सकता है। आ ढिड दर्द वाले वो बहुता बहाना समझते होंदे सी। हुण मैनूं नहीं पता कि सचमुच सी जां बहाना, ये हुण रिपोर्टां दसणगीਆਂ। पर जेल की मैडिकल टीम ने उसकी जांच लगातार की, सेहत ठीक ना होने कारण उसनूं सवेर वक्त लगभग 7 बजे सी, करीब 7 बजे सुरक्षा प्रबंधां दे हेठ PGI रोहतक लिआंदा गया। हस्पताल विच डॉक्टरां की टीम ने डेरा मुखी की जांच की। जांच तो बाद
ਲਗਭਗ 9 ਵਜੇ ਉਸ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਦੱਸਣਾ ਬਣਦਾ ਕਿ ਡੇਰਾ ਸਿਰਸਾ ਮੁਖੀ ਨੂੰ ਸ਼ਾਇਦ ਤੁਹਾਨੂੰ ਚੇਤਾ ਹੋਵੇ ਕਿ 12 ਮਈ ਨੂੰ ਵੀ ਚੱਕਰ ਆਉਣ ਦੇ ਕਾਰਨ ਪੀਜੀਆਈ ਰੋਹਤਕ ਦਾਖਲ ਕਰਵਾਇਆ ਗਿਆ ਸੀ। ਉਸ ਦਿਨ ਚੱਕਰ ਆਉਂਦੇ ਸੀ ਤੇ ਅੱਜ ਢਿੱਡ 'ਚ ਦਰਦ ਸੀ। ਇਹ ਬਹਾਨੇ ਉਹੀ ਦੋ ਨੇ ਜਿਹਦੇ ਕਾਰਨ ਸਾਡੇ ਅਧਿਆਪਕ ਸਾਨੂੰ ਛੁੱਟੀ ਨਹੀਂ ਸੀ ਦਿੰਦੇ ਹੁੰਦੇ। ਪਤਾ ਲੱਗਿਆ ਕਿ ਹਾਲਤ ਸਥਿਰ ਹੈ, ਉਹਦੇ ਤੋਂ ਬਾਅਦ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਦੁਬਾਰਾ ਸੁਨਾਰੀਆ ਜੇਲ੍ਹ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸੇ ਦਿਨ ਤੋਂ ਡਾਕਟਰਾਂ ਦੀ ਟੀਮ ਸਮੇਂ-ਸਮੇਂ ਤੇ ਗੁਰਮੀਤ ਰਾਮ ਰਹੀਮ ਦੀ ਮੈਡੀਕਲ ਜਾਂਚ ਕਰਦੀ ਆ ਰਹੀ ਹੈ। ਹੁਣ ਵੇਖਦੇ ਹਾਂ ਕਿ ਟੈਸਟਾਂ ਵਿੱਚ ਕੀ ਆਉਂਦਾ ਹੈ। ਅਗਲੀ ਜਿਹੜੀ ਖਬਰ ਹੈ ਇਹ ਵੀ ਬੜੀ ਦੁਖਦਾਇਕ ਖਬਰ ਹੈ। ਇੱਕੋ ਹੀ ਪਰਿਵਾਰ ਦੇ ਨਾਲ ਬੜਾ ਦੁਖਦਾਇਕ ਭਾਣਾ ਵਾਪਰਿਆ। ਯੂਪੀ 'ਚ ਪੈਂਦਾ ਗੋਂਡਾ ਜ਼ਿਲ੍ਹਾ ਤੇ ਉਹਦਾ ਪਿੰਡ ਹੈ ਰਸੂਲ ਖਾਨ। ਰਸੂਲ ਖਾਨ ਪਿੰਡ 'ਚ ਤਲਾਬ 'ਚੋਂ ਮਿੱਟੀ ਕੱਢਣ ਵਾਸਤੇ ਗਏ 5 ਮਾਸੂਮਾਂ ਦੀ ਡੁੱਬਣ ਦੇ ਕਾਰਨ ਮੌਤ ਹੋ ਗਈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪਿੰਡ ਰਸੂਲ ਖਾਨ ਦੇ ਰਹਿਣ ਵਾਲੇ ਇੱਕ ਹੀ ਪਰਿਵਾਰ ਦੇ 7 ਬੱਚੇ ਇੱਕ ਤਲਾਬ ਦੇ ਵਿੱਚੋਂ ਮਿੱਟੀ ਕੱਢਣ ਵਾਸਤੇ ਗਏ। ਮਿੱਟੀ ਕੱਢਦਿਆਂ ਪੈਰ ਤਿਲਕ ਗਿਆ। ਪੈਰ ਤਿਲਕਣ ਕਾਰਨ ਚੰਚਲ ਨਾਮ ਦਾ ਬੱਚਾ ਤਲਾਬ ਦੇ ਵਿੱਚ ਜੜ ਗਿਆ ਤੇ ਫਿਰ 7 ਬੱਚੇ ਇੱਕ ਇੱਕ ਕਰਕੇ ਇੱਕ ਦੂਸਰੇ ਨੂੰ ਬਚਾਉਣ ਦੇ ਚੱਕਰ ਵਿੱਚ ਡੂੰਘੇ ਪਾਣੀ ਵਿੱਚ ਉਤਰਦੇ ਚਲੇ ਗਏ ਤੇ ਡੁੱਬਦੇ ਚਲੇ ਗਏ। ਰੌਲਾ ਪੈਣ ਲੱਗਿਆ। ਨੇੜੇ ਤੇੜੇ ਦੇ ਲੋਕ, ਪਿੰਡ ਦੇ ਲੋਕ ਬੱਚਿਆਂ ਨੂੰ ਬਚਾਉਣ ਵਾਸਤੇ ਜਦੋਂ ਤੱਕ ਪਹੁੰਚੇ ਉਦੋਂ ਤੱਕ 5 ਬੱਚਿਆਂ ਦੀ ਮੌਤ ਹੋ ਚੁੱਕੀ ਸੀ ਤੇ 2 ਸੁਰੱਖਿਅਤ ਬਾਹਰ ਕੱਢ ਲਏ ਗਏ। ਉਹਨਾਂ ਦੋਵਾਂ ਦਾ ਹਸਪਤਾਲ ਦੇ ਵਿੱਚ ਇਸ ਵਕਤ ਇਲਾਜ ਚੱਲ ਰਿਹਾ ਹੈ। ਜਿਹੜੇ ਬੱਚਿਆਂ ਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਕਿ ਚੰਚਲ ਜਿਹੜਾ ਸਭ ਤੋਂ ਪਹਿਲਾਂ ਡਿੱਗਿਆ ਸੀ ਸਿਰਫ 8 ਸਾਲ ਦਾ, ਉਹਦਾ ਸਕਾ ਭਰਾ ਸ਼ਿਵਕਾਂਤ 6 ਸਾਲ ਦਾ, ਰਾਗਨੀ 8 ਵਰਿਆਂ ਦੀ ਤੇ ਉਹਦੀ ਸਕੀ ਭੈਣ ਪ੍ਰਕਾਸ਼ਨੀ ਸਿਰਫ 10 ਵਰਿਆਂ ਦੀ ਅਤੇ ਇਹਨਾਂ ਦਾ ਚਚੇਰਾ ਭਰਾ ਸਿਰਫ 12 ਵਰਿਆਂ ਦਾ। ਇਹ ਸਾਰੇ ਇਸ ਜਹਾਨ ਤੋਂ ਰੁਖਸਤ ਹੋ ਗਏ ਨੇ। ਇੱਕੋ ਹੀ ਪਰਿਵਾਰ ਨਾਲ ਸੰਬੰਧਿਤ 5 ਬੱਚੇ ਨੇ। ਹਿਸਾਬ ਲਾ ਕੇ ਵੇਖੋ ਕਿ 6, 8, 10 ਤੇ 12 ਵਰਿਆਂ ਦੇ ਬੱਚੇ ਇੱਕੋ ਹੀ ਪਰਿਵਾਰ ਦੇ 5 ਇੱਕੋ ਹੀ ਦਿਨ ਕੁਝ ਮਿੰਟਾਂ ਸਕਿੰਟਾਂ 'ਚ ਤੁਰ ਗਏ ਨੇ। ਬਹੁਤ ਵੱਡਾ ਦੁਖਾਂਤ ਵਾਪਰਿਆ। ਜਾਣਕਾਰੀ ਮਿਲੀ ਹੈ ਕਿ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕੀਤੀਆਂ ਜਾ ਰਹੀਆਂ ਸੀ। ਅਗਲੀ ਖਬਰ ਹੈ ਜਿਹੜੀ, ਭਾਵੇਂ ਕੋਈ 7 ਫੇਰੇ ਲੈਂਦਾ, ਭਾਵੇਂ ਕੋਈ 4 ਲਾਵਾਂ ਲੈਂਦਾ, ਭਾਵੇਂ ਕੋਈ ਨਿਕਾਹ ਪੜ੍ਹਦਾ, ਆਖਿਆ ਜਾਂਦਾ ਕਿ ਭਾਈ ਜਨਮਾਂ ਦਾ ਆਪਣਾ ਹੁਣ ਇੱਕ ਦੂਸਰੇ ਨਾਲ ਸੰਬੰਧ ਜੁੜ ਗਿਆ। 7 ਜਨਮਾਂ ਦਾ ਬੰਧਨ ਆਖਿਆ ਜਾਂਦਾ ਹੈ। ਪਰ ਮੱਧ ਪ੍ਰਦੇਸ਼ ਤੇ ਬੈਤੂਲ ਜ਼ਿਲ੍ਹੇ ਦੇ ਵਿੱਚੋਂ ਖਬਰ ਮਿਲੀ ਹੈ ਕਿ ਇੱਕ ਲਾੜੇ ਨੇ 7 ਜਨਮਾਂ ਦੀਆਂ ਜਿਹਦੇ ਨਾਲ ਸੌਹਾਂ ਖਾਧੀਆਂ ਆਪਣੀ ਹਮਸਫਰ ਬਣਾਇਆ। ਇਹ ਸਫ਼ਰ 14 ਦਿਨ ਬਣਾ ਨਿਭਾ ਸਕਿਆ, ਬਾਅਦ 'ਚ ਘਰੋਂ ਹੀ ਕੱਢ ਦਿੱਤਾ। ਹੁਣ ਪਤਨੀ ਆਪਣੇ ਪਤੀ ਕੋਲ ਰਹਿਣ ਵਾਸਤੇ ਦਰ ਦੀਆਂ ਠੋਕਰਾਂ ਖਾ ਰਹੀ ਹੈ ਤੇ ਪੁਲਿਸ ਕੋਲ ਗੇੜੇ ਮਾਰ ਰਹੀ ਹੈ। ਇਹ ਕੋਈ ਕਹਾਣੀ ਨਹੀਂ, ਇਹ ਖਬਰ ਹੈ ਕਾਨਪੁਰ ਦੇ ਬਸੌਰਾ ਪਿੰਡ ਦੀ। 19 ਵਰਿਆਂ ਦੀ ਲక్ష్ਮੀ ਰਠੌਰ ਇਸ ਬੱਚੀ ਦਾ ਨਾਂ ਹੈ। ਉਹ ਆਪਣੇ ਪਿਤਾ ਦੇ ਨਾਲ 800 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬੈਤੂਲ ਪਹੁੰਚੀ। ਇੱਕ ਮਜਬੂਰ ਬਾਪ ਅਤੇ ਉਸ ਦੀ ਧੀ ਪੁਲਿਸ ਥਾਣੇ ਦੇ ਚੱਕਰ ਲਾ ਰਹੀ ਸੀ। ਯੂਪੀ ਦੇ ਕਾਨਪੁਰ ਜ਼ਿਲ੍ਹੇ ਦੇ ਪਿੰਡ ਬਸੌਰਾ ਦੀ ਰਹਿਣ ਵਾਲੀ 19 ਵਰਿਆਂ ਦੀ ਲక్ష్ਮੀ ਰਠੌਰ ਦਾ ਵਿਆਹ ਬੈਤੂਲ ਦੇ ਰਹਿਣ ਵਾਲੇ ਆਸ਼ੂਤੋਸ਼ ਨਾਲ ਬੀਤੇ ਵਰੇ ਭਾਵ 30 ਨਵੰਬਰ 2020 ਨੂੰ ਹੋਇਆ ਸੀ। ਹਮੀਰਪੁਰ ਜ਼ਿਲ੍ਹੇ ਦੇ ਦੀਪਕ ਰੈਸਟ ਹਾਊਸ ਦੇ ਵਿੱਚ ਇਹ ਵਿਆਹ ਤੋਂ ਬਾਅਦ ਲక్ష్ਮੀ ਆਪਣੇ ਸਹੁਰੇ ਬੈਤੂਲ ਚਲੀ ਗਈ। ਲక్ష్ਮੀ ਵਿਆਹ ਤੋਂ ਬਾਅਦ 14 ਦਿਨ ਤੱਕ ਸਹੁਰੇ ਘਰ ਵਿੱਚ ਰਹੀ, ਜਿਸ ਤੋਂ ਬਾਅਦ ਉਸਦੇ ਮਾਪੇ ਉਸ ਨੂੰ ਪੇਕੇ ਕਾਨਪੁਰ ਵਾਸਤੇ ਲੈ ਆਏ। ਉਦੋਂ ਤੋਂ ਲੈ ਕੇ ਲਗਭਗ 6 ਮਹੀਨੇ ਬੀਤ ਚੁੱਕੇ ਹੈ। ਲక్ష్ਮੀ ਆਪਣੇ ਪੇਕੇ ਘਰ ਵਿੱਚ ਰਹਿ ਰਹੀ ਹੈ। ਹੁਣ ਲక్ష్ਮੀ ਕਿਸੇ ਤਰ੍ਹਾਂ ਆਪਣੇ ਸਹੁਰੇ ਘਰ ਪਹੁੰਚੀ। ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨੂੰ ਘਰ ਵਿੱਚ ਦਾਖਲ ਨਹੀਂ ਹੋਣ ਦਿੱਤਾ। ਮਜਬੂਰ ਬਾਪ ਆਪਣੀ ਧੀ ਸਮੇਤ ਪੁਲਿਸ ਕੋਲ ਫਰਿਆਦ ਲੈ ਕੇ ਪਹੁੰਚਿਆ। ਲక్ష్ਮੀ ਦੋਸ਼ ਲਾ ਰਹੀ ਹੈ ਕਿ ਉਸਦੇ ਪਤੀ ਨੇ ਉਹਦੇ ਨਾਲ ਕਦੇ ਪਤਨੀ ਵਾਲਾ ਸੰਬੰਧ ਰੱਖਿਆ ਹੀ ਨਹੀਂ, ਸਗੋਂ ਕਿਹਾ ਕਿ ਉਹਨੂੰ ਪਸੰਦ ਹੀ ਨਹੀਂ ਹੈ, ਇਸ ਲਈ ਉਹ ਆਪਣੇ ਪੇਕੇ ਪਿੰਡ ਚਲੀ ਜਾਵੇ, ਮੈਂ ਨਹੀਂ ਰੱਖਣਾ ਚਾਹੁੰਦਾ। ਪਿਤਾ ਦੋਸ਼ ਲਾ ਰਹੇ ਨੇ ਕਿ ਉਹਨਾਂ ਦੀ ਧੀ ਨੂੰ ਲੈ ਕੇ ਉਹ ਆਪਣੀ ਧੀ ਦੇ ਸਹੁਰਿਆਂ ਦੇ ਘਰ ਵੀ ਗਿਆ, ਪਰ ਨਾ ਉਹਨਾਂ ਨੇ ਕਦੇ ਫੋਨ ਕੀਤਾ, ਨਾ ਕਦੇ ਆਉਣ ਵਾਸਤੇ ਕਿਹਾ। ਤੇ ਹੁਣ ਜਦੋਂ ਅਸੀਂ ਆਏ ਹਾਂ ਤੇ ਸਾਨੂੰ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ। ਹੁਣ ਡੀਐਸਪੀ ਨੇ ਆਖਿਆ ਕਿ ਜਾਂਚ ਕਰਦੇ ਹਾਂ, ਭਰੋਸਾ ਦਿੱਤਾ ਹੈ ਕਿ ਆਪਾਂ ਇਸ ਮਸਲੇ ਦੀ ਜਾਂਚ ਪੜਤਾਲ ਕਰਕੇ ਤੁਹਾਡੀ ਧੀ ਦਾ ਘਰ ਵਸਾ ਦਿਆਂਗੇ। ਪਰ ਜਦੋਂ ਇਸ ਮੁਟਿਆਰ ਦੇ ਘਰ ਵਾਲੇ ਨੂੰ ਫੋਨ ਕੀਤਾ ਗਿਆ, ਉਹ ਕਹਿੰਦਾ ਮੈਂ ਇਸ ਵਕਤ ਬਹੁਤ ਬਿਜ਼ੀ ਹਾਂ, ਮੈਂ ਫਿਰ ਤੁਹਾਡੇ ਨਾਲ ਗੱਲ ਕਰਾਂਗਾ। ਦਰ ਦੀਆਂ ਠੋਕਰਾਂ ਖਾ ਰਹੀ ਹੈ ਧੀ ਤੇ ਬਾਪ ਉਹਨੂੰ ਲੈ ਕੇ ਤੁਰਿਆ ਫਿਰ ਰਿਹਾ ਹੈ। ਵੇਖਦੇ ਹਾਂ ਕਿ ਇਹਨੂੰ ਪੁਲਿਸ ਇਨਸਾਫ ਦਿਵਾਉਂਦੀ ਹੈ ਜਾਂ ਫਿਰ ਨਹੀਂ।
ਹੁਣ ਅਗਲੀ ਖਬਰ ਹੈ ਦਿੱਲੀ ਕਿਸਾਨ ਮੋਰਚੇ ਤੋਂ। ਦਿੱਲੀ ਕਿਸਾਨ ਮੋਰਚੇ ਤੇ ਗਏ ਹੋਏ ਸੀ ਜ਼ਿਲ੍ਹਾ ਬਰਨਾਲਾ ਦੇ ਪਿੰਡ ਸਹਿਜੜਾ ਦੇ ਕਿਸਾਨ ਟਿਕਰੀ ਸਰਹੱਦ ਤੇ ਮੌਤ ਹੋ ਗਈ ਹੈ। ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਸਪਾਲ ਸਿੰਘ ਕਲਾਲ ਮਾਜਰਾ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸਰਗਰਮ ਮੈਂਬਰ 40 ਵਰ੍ਹਿਆਂ ਦੇ ਸੰਤ ਸਿੰਘ ਧਾਲੀਵਾਲ ਬੀਤੇ ਲੰਬੇ ਸਮੇਂ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਵਾਸਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੱਲ ਰਹੇ ਅੰਦੋਲਨ ਦੇ ਵਿੱਚ ਟਿਕਰੀ ਸਰਹੱਦ ਤੇ ਡਟੇ ਹੋਏ ਸੀ। ਵੀਰਵਾਰ ਦੀ ਸਵੇਰ ਸਿਹਤ ਖਰਾਬ ਹੋਈ, ਸਿਵਲ ਹਸਪਤਾਲ ਬਹਾਦਰਗੜ੍ਹ ਲੈ ਕੇ ਜਾਇਆ ਜਾ ਰਿਹਾ ਸੀ, ਪਰ ਰਸਤੇ ਵਿੱਚ ਉਹਨਾਂ ਦੀ ਮੌਤ ਹੋ ਗਈ। ਕਿਸਾਨ ਆਗੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਦਾ ਸਾਰਾ ਕਰਜ਼ ਮੁਆਫ ਕਰਕੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਅੱਜ ਇਹ ਕੋਈ ਪਹਿਲੀ ਖਬਰ ਨਹੀਂ, ਇਹਦੇ ਤੋਂ ਪਹਿਲਾਂ ਵੀ ਕਿੰਨੀਆਂ ਹੀ ਕਿਸਾਨਾਂ ਦੀਆਂ ਜਾਨਾਂ ਇਸ ਸੰਘਰਸ਼ ਦੇ ਲੇਖੇ ਲੱਗ ਚੁੱਕੀਆਂ ਨੇ, ਪਰ ਸਰਕਾਰ ਨੇ 22 ਜਨਵਰੀ ਤੋਂ ਬਾਅਦ ਕਦੇ ਵੀ ਕਿਸਾਨਾਂ ਨਾਲ ਜਾਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਨਹੀਂ ਕੀਤੀ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਦੁਖਾਂਤ ਹੈ। ਤੇ ਆਓ ਇੱਕ ਵਾਰੀ ਜਿੰਨੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰੀਏ, ਤੇ ਜਿਹੜੇ ਸਾਕਾ ਨੀਲਾ ਤਾਰਾ ਦੌਰਾਨ ਸ਼ਹੀਦੀਆਂ ਪਾ ਗਏ ਸਨ, ਸ਼ਹਾਦਤ ਦਾ ਜਾਮ ਪੀ ਗਏ ਸਨ, ਉਹਨਾਂ ਨੂੰ ਸ਼ਹਾਦਤ ਦੇ ਫੁੱਲ ਭੇਂਟ ਕਰੀਏ। ਦੋਸਤੋ, ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ। ਤੇ ਜੇਕਰ ਬੇਨਤੀ ਹੈ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਦੇਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।